ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪੰਜਾਬ ਦੇ ਅਫਸਰਾਂ ਨੇ, ਪੰਜਾਬ ਦੀ ਬਿਊਰੋਕ੍ਰੇਸੀ ਨੇ ਜਾਂ ਪੰਜਾਬ ਦੇ ਬਾਬੂਆਂ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੀ ਹੀ ਨੱਕ ਵਢਾਤੀ। ਜਿਸ ਤਰ੍ਹਾਂ ਦੀ ਐਂਬੈਰੈਸਮੈਂਟ ਇਹਨਾਂ ਅਫਸਰਾਂ ਨੇ ਆਪਣੇ ਹੀ ਮੁੱਖ ਮੰਤਰੀ ਭਗਵੰਤ ਮਾਨ ਲਈ ਪੈਦਾ ਕੀਤੀ ਹਾਈ ਕੋਰਟ ਦੇ ਵਿੱਚ, ਉਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਆ। क्योंकि थोड़े दिन पहला ही पंजाब सरकार ने पंचायतां भंग कीतियां सी, पर अज इन्हां नूं अपना ही फैसला वापस लेना पै गया। हाई कोर्ट दे विच इह कह के कहंदे जी असीं तां हुण पंचायतां नूं बहाल करन जा रहे हां। वो किहड़े अफसर सी, किन्हां ने इह सलाह दित्ती ते किन्हां ने पंजाब दे मुख मंत्री नूं क्या होना कि कोई गल नहीं, जे सानूं किसी तरह की कोई कानूनी अड़चन आउंदी भी आ ते असीं इहनूं साਂਭ लांगे, पर साਂਭੀ नहीं गई। ਇਹ ਤਾਂ ਅਸੀਂ ਵੱਡੇ ਅਧਿਕਾਰੀ, ਜਿੱਥੋਂ ਤੱਕ ਛੋਟੇ ਕਰਮਚਾਰੀਆਂ ਜਾਂ ਅਧਿਕਾਰੀਆਂ ਦੀ ਗੱਲ ਆ, ਉਹ ਵੀ ਸਰਕਾਰ ਦੀ ਬਾਂਹ ਮਰੋੜ ਰਹੇ ਆ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ DC ਆਫਿਸ ਦੇ ਵਿੱਚ ਸਟਾਫ ਲੱਗਾ ਹੋਇਆ, ਕਹਿੰਦੇ ਅਸੀਂ ਤਾਂ ਪੈਨ ਡਾਊਨ ਸਟ੍ਰਾਈਕ ਕਰ ਦਾਂਗੇ। ਇਸੇ ਤਰ੍ਹਾਂ ਰੈਵਨਿਊ ਮਹਿਕਮੇ ਦੇ, ਮਾਲ ਮਹਿਕਮੇ ਦੇ ਵਿੱਚ ਜਿਹੜੇ ਪਟਵਾਰੀ ਨੇ, ਕਾਨੂੰਗੋ ਨੇ ਜਾਂ ਸਰਕਲ ਰੈਵਨਿਊ ਅਫਸਰ ਨੇ, ਕਹਿੰਦੇ ਅਸੀਂ ਹੜਤਾਲ ਕਰਨ ਜਾ ਰਹੇ ਆ। ਕਾਰਨ ਸਾਡੇ ਕੁਝ ਕੁਲੀਗਸ ਤੁਸੀਂ ਫੜ ਲਏ ਆ, ਸਾਡੇ ਸਾਥੀ ਫੜ ਲਏ ਆ ਤੁਸੀਂ ਭ੍ਰਿਸ਼ਟਾਚਾਰ ਦੇ ਵਿੱਚ, ਤੇ ਮਾਮਲੇ ਝੂਠੇ ਆ। ਕਹਿੰਦੇ ਇਸ ਕਰਕੇ ਉਹਨਾਂ ਦੇ ਪਰਚੇ ਵੀ ਕੈਂਸਲ ਕਰੋ ਤੇ ਉਹਨਾਂ ਨੂੰ ਛੱਡੋ ਵੀ। ਕੀ ਇਹਨਾਂ ਨੂੰ ਪਤਾ ਨਹੀਂ ਇਹ ਜਿਹੜੇ ਮਹਿਕਮੇ ਦੀ ਗੱਲ ਕਰਦੇ ਆ, ਕਿਸ ਤਰ੍ਹਾਂ ਲੋਕਾਂ ਨੂੰ ਉੱਥੇ ਜਾ ਕੇ ਇਹਨਾਂ ਨੂੰ ਰਿਸ਼ਵਤਾਂ ਦੇਣੀਆਂ ਪੈਂਦੀਆਂ। ਇਹ ਲੋਕਾਂ ਨੂੰ ਵੀ ਬਲੈਕਮੇਲ ਕਰਦੇ ਆ, ਲੋਕਾਂ ਤੋਂ ਰਿਸ਼ਵਤਾਂ ਲੈਂਦੇ ਆ, ਉਹਨਾਂ ਨੂੰ ਤੰਗ ਕਰਦੇ ਆ। ਔਰ ਜਿੰਨੀ ਦੇਰ ਤੱਕ ਇਹ ਵੱਡੀਆਂ ਮੋਟੀਆਂ ਰਿਸ਼ਵਤਾਂ ਨਹੀਂ ਲੈ ਲੈਂਦੇ ਇਹਨਾਂ ਮਹਿਕਮਿਆਂ ਦੇ ਵਿੱਚ, ਉਨੀ ਦੇਰ ਤੱਕ ਇਹ ਲੋਕਾਂ ਦਾ ਕੰਮ ਨਹੀਂ ਕਰਦੇ। ਲੋਕਾਂ ਦੀ ਹਮਦਰਦੀ ਇਹੋ ਜਿਹੇ ਅਫਸਰਾਂ ਨਾਲ, ਇਹੋ ਜਿਹੇ ਅਧਿਕਾਰੀਆਂ ਨਾਲ ਬਿਲਕੁਲ ਨਹੀਂ ਹੈ। ਤੇ ਨਾਲ ਹੀ ਅੱਜ ਆਪਾਂ ਗੱਲ ਕਰਾਂਗੇ ਫਿਰ ਇੱਕ ਵਾਰੀ ਗੌਤਮ ਅਡਾਨੀ ਦੀ। ਬਹੁਤ ਵੱਡਾ ਧਮਾਕਾ ਹੋਇਆ। ਤੁਹਾਨੂੰ ਯਾਦ ਹੋਣਾ ਹਿੰਡਨਬਰਗ ਰਿਸਰਚ, ਇਹ ਰਿਪੋਰਟ ਆਈ ਸੀ 24 ਜਨਵਰੀ ਨੂੰ। ਲਗਭਗ 8 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਹੁਣ ਇੱਕ ਹੋਰ ਧਮਾਕਾ ਹੋਇਆ। ਇਸ ਧਮਾਕੇ ਦੇ ਵਿੱਚ ਇਹ ਪਤਾ ਲੱਗਾ ਕਿ ਗੌਤਮ ਅਡਾਨੀ ਬਹੁਤ ਵੱਡੇ ਵਪਾਰੀ ਨੇ ਭਾਰਤ ਦੇ, ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਉਹਨਾਂ ਦੇ ਬੜੇ ਖਾਸ ਮੰਨੇ ਜਾਂਦੇ ਨੇ। ਬੜੀ ਨਜ਼ਦੀਕੀ ਹੈ ਇਹਨਾਂ ਦੀ ਉਹਨਾਂ ਦੇ ਨਾਲ, ਇਹ ਵੀ ਮੰਨਿਆ ਜਾਂਦਾ। ਇਸ ਰਿਪੋਰਟ ਜਿਹੜੀ ਅੱਜ ਦੀ ਗਾਰਡੀਅਨ ਦੇ ਵਿੱਚ ਜਾਂ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਛਪੀ ਆ, ਉਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਗੌਤਮ ਅਡਾਨੀ ਦੇ ਭਰਾਵਾਂ ਨੇ, ਪਰਿਵਾਰ ਨੇ ਮਿਲ ਕੇ ਕਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਇੱਕ ਮੱਕੜ ਜਾਲ ਬੁਣਿਆ ਕੰਪਨੀਆਂ ਦਾ, ਸ਼ੈਲ ਕੰਪਨੀਜ਼, ਫਰਜ਼ੀ ਕੰਪਨੀਜ਼। ਉੱਥੇ ਪਹਿਲਾਂ ਪੈਸਾ ਭੇਜਿਆ ਜਾਂਦਾ ਤੇ ਉਸ ਪੈਸੇ ਨੂੰ ਵਾਪਸ ਭਾਰਤ ਕਿਵੇਂ ਲੈ ਕੇ ਆਇਆ ਜਾਂਦਾ ਔਰ ਇੱਥੇ ਆਪਣੀ ਕੰਪਨੀਜ਼ ਦੇ ਵਿੱਚ ਕਿਸ ਤਰ੍ਹਾਂ ਲਾਇਆ ਜਾਂਦਾ, ਇਹ ਸਾਰਾ ਕੁਝ ਅੱਜ ਮੈਂ ਤੁਹਾਨੂੰ ਬਹੁਤ ਹੀ ਸਰਲ ਢੰਗ ਨਾਲ, ਸੌਖੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਬਹੁਤ ਸਾਰੇ, ਕਿਉਂਕਿ ਸਾਡੇ ਜਿਹੜੇ ਦਰਸ਼ਕ ਆ, ਹੋ ਸਕਦਾ ਇਹ ਜਿਹੜੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਕੰਪਨੀਜ਼ ਦੀਆਂ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨਾ ਹੋਣ। ਤੇ ਨਾਲ ਹੀ ਅੱਜ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹਿਤੀ ਆ, ਕਹਿੰਦੇ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਕਰਾਉਣ ਲਈ ਤਿਆਰ ਆ ਔਰ ਚੋਣਾਂ ਕਿਸੇ ਵਕਤ ਵੀ ਹੋ ਸਕਦੀਆਂ। ਕੇਵਲ ਤੇ ਕੇਵਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਤਿਆਰੀ ਕਰਨ ਦੀ ਲੋੜ ਆ, ਅਸੀਂ ਤਿਆਰ ਆ। ਮੈਂ ਵਧਾਈ ਦੇਣਾ ਚਾਹੁੰਦਾ ਪੰਜਾਬ ਦੇ तमाम ਸਰਪੰਚਾਂ ਨੂੰ, तमाम ਪੈਂਚਾਂ ਨੂੰ, ਪੰਚਾਇਤਾਂ ਨੂੰ ਕਿ ਅੱਜ ਉਹ ਦੁਬਾਰੇ ਉਹਨਾਂ ਦੀਆਂ ਸਰਪੰਚੀਆਂ ਬਹਾਲ ਹੋ ਗਈਆਂ ਹੈ। ਜਿਹੜਾ ਵਿਨੋਦ ਘਈ ਜਾਣੀ ਕਿ ਐਡਵੋਕੇਟ ਜਨਰਲ ਨੇ ਅੱਜ ਆਪਦੀ ਨੋਟੀਫਿਕੇਸ਼ਨ ਜਿਹੜੀ ਹੈ ਪੰਚਾਇਤਾਂ ਦੀ ਉਹ ਵਾਪਸ ਲੈ ਲਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾ, ਉਹਨਾਂ ਦੀ ਕੋਰਟ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਕਹਿੰਦੇ ਜੀ ਅਸੀਂ ਪੰਚਾਇਤਾਂ ਨੂੰ ਦੁਬਾਰਾ ਬਹਾਲ ਕਰਨ ਲਈ ਤਿਆਰ ਆ ਤੇ ਇਸ ਮੁਤਲਕ, ਇਸ ਸਬੰਧ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਆ ਉਹ ਅਸੀਂ ਲਗਭਗ 2 ਦਿਨਾਂ ਦੇ ਵਿੱਚ ਜਾਰੀ ਕਰ ਦਾਂਗੇ। ਲੱਗਦਾ ਇਹ ਆ ਕਿ ਪੰਜਾਬ ਸਰਕਾਰ ਕੋਲੇ ਜਾਂ ਪੰਜਾਬ ਦੇ ਜਿਹੜੇ ਵਕੀਲ ਨੇ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ, ਇਹਨਾਂ ਕੋਲੇ ਸਾਰੇ ਤਰਕ ਖਤਮ ਹੋ ਗਏ ਸੀ, ਮੁੱਕ ਗਏ ਸੀ। ਤੇ ਜਦੋਂ ਤਰਕ ਖਤਮ ਹੋ ਗਏ ਸੀ ਕਿ ਅਸੀਂ ਪੰਚਾਇਤਾਂ ਨੂੰ ਕਿਉਂ ਭੰਗ ਕੀਤਾ, ਤੇ ਆਖਿਰਕਾਰ ਇਹਨਾਂ ਨੂੰ ਉੱਥੇ ਕਹਿਣਾ ਪਿਆ ਕਿ ਅਸੀਂ ਤਾਂ ਪੰਚਾਇਤਾਂ ਨੂੰ ਬਹਾਲ ਕਰਨ ਜਾ ਰਹੇ ਹਾਂ। ਹੁਣ ਤੁਸੀਂ ਇੱਕ ਚੀਜ਼ ਦੇਖੋ,
ਕਿ ਕੀ ਕਾਰਨ ਸੀ। ਇਸ ਮਹਿਕਮੇ ਦੇ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਲਗਭਗ 3 ਕੁ ਮਹੀਨੇ ਹੋਏ ਆ ਉਹਨਾਂ ਨੂੰ ਇਸ ਮਹਿਕਮੇ ਦਾ ਚਾਰਜ ਸੰਭਾਲੇ ਹੋਏ ਨੂੰ। ਇਸ ਤੋਂ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਸੀ, ਉਹਨਾਂ ਨੂੰ ਅਚਾਨਕ ਹਟਾ ਦਿੱਤਾ ਗਿਆ ਸੀ। ਕੀ ਇਹਨਾਂ ਨੇ ਆਪਣਾ ਪੂਰਾ ਕੰਮ ਨਹੀਂ ਕੀਤਾ, ਜਾਂ ਇਹਨਾਂ ਨੇ ਜਿਹੜਾ ਪੂਰਾ ਹੋਮਵਰਕ ਕਰਨਾ ਹੁੰਦਾ ਪੰਚਾਇਤਾਂ ਭੰਗ ਕਰਨ ਤੋਂ ਪਹਿਲਾਂ ਇਹਨਾਂ ਨੇ ਨਹੀਂ ਕੀਤਾ, ਤੇ ਜਾਂ ਫਿਰ ਇਸੇ ਮਹਿਕਮੇ ਦੇ ਅਫਸਰਾਂ ਨੇ, ਪ੍ਰਿੰਸੀਪਲ ਸੈਕਟਰੀ ਨੇ ਡੀਕੇ ਤਿਵਾੜੀ, ਕਿ ਉਹਨਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਗਾਈਡ ਨਹੀਂ ਕੀਤਾ, ਇਹਨਾਂ ਨੂੰ ਮਿਸਲੀਡ ਕੀਤਾ। ਇਸੇ ਤਰ੍ਹਾਂ ਇਸੇ ਮਹਿਕਮੇ ਦੇ ਡਾਇਰੈਕਟਰ ਨੇ ਗੁਰਪ੍ਰੀਤ ਸਿੰਘ ਖਹਿਰਾ, ਇਹਨਾਂ ਨੇ ਇਹਨਾਂ ਨੂੰ ਗਾਈਡ ਕਿਉਂ ਨਹੀਂ ਕੀਤਾ। ਔਰ ਗੁਰਪ੍ਰੀਤ ਸਿੰਘ ਖਹਿਰਾ ਕੋਲੇ ਕਈ ਡਿਪਟੀ ਡਾਇਰੈਕਟਰਸ ਨੇ, ਕਿ ਉਹਨਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਕਿ ਇਹ ਜਿਹੜਾ ਤੁਸੀਂ ਫੈਸਲਾ ਕਰਨ ਜਾ ਰਹੇ ਹੋ 13,241 ਪੰਚਾਇਤਾਂ ਪੰਜਾਬ ਦੀਆਂ ਭੰਗ ਕਰਨ ਜਾ ਰਹੇ ਹੋ, ਜਿਨ੍ਹਾਂ ਦਾ 6 ਮਹੀਨੇ ਤੋਂ ਵੀ ਵੱਧ ਦਾ ਸਮਾਂ ਪਿਆ। ਤੁਸੀਂ ਪੂਰੇ ਲੋਕਤੰਤਰ ਦੇ ਸੱਟ ਮਾਰਨ ਜਾ ਰਹੇ ਹੋ, ਇਹ ਠੀਕ ਨਹੀਂ ਆ। ਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਪੁੱਛਿਆ ਵੀ ਹੋਏਗਾ ਕਿ ਕੀ ਅਸੀਂ ਕਰ ਸਕਦੇ, ਤਾਂ ਇਹਨਾਂ ਨੇ ਸਹੀ ਤਰ੍ਹਾਂ ਗਾਈਡ ਕਿਉਂ ਨਹੀਂ ਕੀਤਾ। ਔਰ ਇਕੱਲੇ ਇਹ ਨਹੀਂ, ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ, ਉਹ ਤਾਂ ਇਹਨਾਂ ਸਾਰੇ ਮਹਿਕਮੇ ਦੇ ਵਿੱਚ ਰਹੇ ਆ। 30 ਸਾਲ ਹੋ ਗਏ ਇਹਨਾਂ ਅਫਸਰਾਂ ਨੂੰ ਇਸੇ ਬਿਊਰੋਕ੍ਰੇਸੀ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਕੰਮ ਕਰਦੇ ਹੋਏ। ਕਿ ਇਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਆਖਿਰਕਾਰ ਜਦੋਂ ਇਹ ਤਰਕ ਸੰਗਤ ਗੱਲਾਂ ਨਹੀਂ ਕਰਨਗੇ, ਲੌਜੀਕਲੀ ਜਾ ਕੇ ਉੱਥੇ ਆਪਣੇ ਪੁਆਇੰਟ ਨਹੀਂ ਦੇ ਸਕਣਗੇ ਹਾਈ ਕੋਰਟ ਦੇ ਵਿੱਚ, ਤੇ ਆਖਿਰਕਾਰ ਹੋ ਸਕਦਾ ਇਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਸਨ 2002 ਦਾ ਮਾਮਲਾ ਆਪਾਂ ਨੂੰ ਕਿਉਂ ਨਹੀਂ ਪਤਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਰਜਿੰਦਰ ਕੌਰ ਭੱਠਲ ਉਦੋਂ ਪੇਂਡੂ ਵਿਕਾਸ ਤੇ ਪੰਚਾਇਤੀ ਮਹਿਕਮੇ ਦੇ ਮੰਤਰੀ ਸੀ। ਸਾਲ ਪਹਿਲਾਂ ਇਹਨਾਂ ਨੇ ਉਦੋਂ ਵੀ ਪੰਚਾਇਤਾਂ ਭੰਗ ਕਰਤੀਆਂ ਸੀ, ਤੇ ਆਖਿਰਕਾਰ ਇਸੇ ਤਰ੍ਹਾਂ ਮਾਮਲਾ ਫਿਰ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ, ਤੇ ਇਹ ਉਸ ਵਕਤ ਵੀ ਫੈਸਲਾ ਵਾਪਸ ਲੈਣਾ ਪਿਆ ਸੀ। ਤੇ ਇਹਨਾਂ ਬਾਬੂਆਂ ਨੇ, ਇਹਨਾਂ ਅਫਸਰਾਂ ਨੇ, ਇਹਨਾਂ ਬਿਊਰੋਕਰੇਟਸ ਨੇ ਪੰਜਾਬ ਸਰਕਾਰ ਨੂੰ ਗਾਈਡ ਕਿਉਂ ਨਹੀਂ ਕੀਤਾ, ਉਹਨਾਂ ਨੂੰ ਚੰਗੀ ਤਰ੍ਹਾਂ ਕਿਉਂ ਨਹੀਂ ਦੱਸਿਆ। ਤੇ ਇਹ ਸਾਰਾ ਸਮਾਂ ਜਿਹੜਾ ਜਾਇਆ ਹੋਇਆ, ਪੈਸਾ ਜਾਇਆ ਹੋਇਆ, ਇਹਦੇ ਲਈ ਕੌਣ ਜ਼ਿੰਮੇਵਾਰ ਆ। ਕੀ ਇਹਨਾਂ ਅਧਿਕਾਰੀਆਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਵੈਸੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ, ਘੱਟੋ ਘੱਟ ਹੁਣ ਤੁਹਾਨੂੰ 1.5 ਸਾਲ ਹੋਣ ਜਾ ਰਿਹਾ, ਤੇ ਇਹਨਾਂ ਬਿਊਰੋਕਰੇਟਸ ਨੂੰ, ਇਹਨਾਂ ਅਫਸਰਾਂ ਨੂੰ, ਇਹਨਾਂ ਬਾਬੂਆਂ ਨੂੰ ਸਮਝੋ ਜਿਹੜੇ ਬਾਰ-ਬਾਰ ਤੁਹਾਡੇ ਲਈ ਨਮੋਸ਼ੀ ਪੈਦਾ ਕਰ ਰਹੇ ਨੇ। ਹੁਣ ਤੁਸੀਂ ਦੇਖੋ ਜਿਹੜੀਆਂ ਪੰਚਾਇਤ ਸਮਿਤੀਆਂ ਨੇ 153 ਦੇ ਕਰੀਬ, ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਨੇ 23 ਦੇ ਕਰੀਬ, 25 ਨਵੰਬਰ ਨੂੰ ਤੁਸੀਂ ਤਾਂ ਉਹਨਾਂ ਦੀਆਂ ਚੋਣਾਂ ਕਰਾਉਣ ਦਾ ਫੈਸਲਾ ਕਰ ਲਿਆ ਸੀ। इलेक्शंस का किया गया है वो एज़ पर शेड्यूल्ड डेट एंड टाइम होगा। ये बताएं कि पंचायतें बहाल हो गई हैं। पंचायतें बहाल हो गई हैं जी 29A से, लेकिन जो इलेक्शन प्रोसेस है वो चलेगा और वो शेड्यूल टाइम पे ही होंगे। जो 6 महीने का समय था वो पूरा कर लिया जाएगा, वो इलेक्शंस तक पूरा कर लिया जाएगा। और जो उनकी फाइनेंशियल पावर्स थी जो विड्रॉ की गई थी, वो उसके कॉन्सिक्वेंसेस, जो भी उसके कॉन्सिक्वेंसेस होंगे सब बहाल हो जाएंगे। जो एडमिनिस्ट्रेटर लगाए गए थे वो हटा लिए गए हैं। अभी उसमें प्रोसेस में टाइम लगेगा जी। अभी कब तक नोटिफिकेशन, सरकार का नोटिफिकेशन आ जाएगा? वो बहुत जल्दी से जल्दी हम इशू करने की कोशिश करेंगे जी। ਪੰਜਾਬ ਤੇ ਹਰਿਆਣਾ ਹਾਈ ਕੋਰਟ ਆ ਜਿਹਨੇ ਤੁਹਾਨੂੰ ਪੁੱਛਿਆ, ਔਰ ਤੁਸੀਂ ਤਰਕ ਕੀ ਉੱਥੇ ਦੇ ਰਹੇ ਸੀ, ਤੁਹਾਡੇ ਅਫਸਰ ਜਾਂ ਤੁਹਾਡੇ ਵਕੀਲ ਤਰਕ ਦੇਖੋ ਕਿਸ ਤਰ੍ਹਾਂ ਦੇ ਰਹੇ ਸੀ। ਕਹਿੰਦੇ ਜੀ ਇਹਨਾਂ ਕੋਲੇ ਹਜ਼ਾਰਾਂ ਕਰੋੜ ਦੀ, ਬਲਕਿ 1000 ਕਰੋੜ ਦੀ ਸ਼ਾਇਦ ਇਹਨਾਂ ਨੇ ਕਿਹਾ ਸੀ, ਇਹਨਾਂ ਪੰਚਾਇਤਾਂ ਕੋਲੇ ਗ੍ਰਾਂਟ ਪਈ ਹੈ, ਤੇ ਸਾਨੂੰ ਖਦਸ਼ਾ, ਸਾਨੂੰ ਐਪਰੀਹੈਂਸ਼ਨ ਆ, ਸਾਨੂੰ ਡਰ ਆ ਕਿ ਉਸ ਦੀ ਦੁਰਵਰਤੋਂ ਨਾ ਹੋ ਜੇ। ਕੀ ਤੁਸੀਂ ਸੋਚ ਸਕਦੇ ਹੋ ਕੇਵਲ ਤੇ ਕੇਵਲ ਡਰ ਕਰਕੇ ਤੁਸੀਂ ਪੰਚਾਇਤਾਂ ਭੰਗ ਕਰਤੀਆਂ। ਹੋ ਸਕਦਾ ਪੰਜਾਬ ਦੇ ਵੀ ਬਹੁਤ ਸਾਰੇ ਲੋਕਾਂ ਨੂੰ ਡਰ ਹੋਵੇ ਪੰਜਾਬ ਸਰਕਾਰ ਤੋਂ ਕਿ ਇਹ ਵੀ ਕਿਤੇ ਫੰਡਾਂ ਦੀ ਦੁਰਵਰਤੋਂ ਨਾ ਕਰ ਲੈਣ। ਇਹਨਾਂ ਕੋਲੇ ਹਜੇ 3.5 ਸਾਲ ਪਏ ਆ, ਤੇ ਪੰਜਾਬ ਦੇ ਲੋਕਾਂ ਨੂੰ ਤਾਂ ਵੈਸੇ ਵੀ ਅਫਸਰਾਂ ਤੇ ਵੀ ਖਦਸ਼ਾ ਰਹਿੰਦਾ, ਜਿਹੜੇ ਕਰਪਸ਼ਨ ਵੀ ਕਰਦੇ ਆ ਤੇ ਅਕਸਰ ਫੰਡਾਂ ਦੀ ਦੁਰਵਰਤੋਂ ਵੀ ਕਰਦੇ ਆ। ਤੇ ਘੱਟੋ ਘੱਟ ਮੈਨੂੰ ਲੱਗਦਾ ਇਸ ਮਾਮਲੇ ਤੋਂ ਜਿਸ ਤਰ੍ਹਾਂ ਦੀ ਐਮਬੈਰਸਮੈਂਟ, ਜਿਸ ਤਰ੍ਹਾਂ ਦੀ ਨਮੋਸ਼ੀ ਪੰਜਾਬ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਝੱਲਣੀ ਪੈਣੀ ਆ, ਇਸ ਤਰ੍ਹਾਂ ਦੀ ਐਗਜ਼ਾਮਪਲ ਘੱਟੋ ਘੱਟ ਦੁਬਾਰਾ ਪੈਦਾ ਨਾ ਹੋਵੇ। ਸਪੈਸ਼ਲ ਚੀਫ ਸੈਕਟਰੀ ਨੇ, ਕੈਪ ਸਿਨਾ ਇਹਨਾਂ ਦਾ ਨਾਂ, ਇਹਨਾਂ ਨੇ ਇੱਕ ਆਰਡਰ ਕੱਢਿਆ, ਔਰ ਆਰਡਰ ਇਸ ਕਰਕੇ ਕੱਢਣਾ ਪੈ ਗਿਆ ਕਿਉਂਕਿ ਡੀਸੀ ਦਫ਼ਤਰਾਂ ਦੇ ਵਿੱਚ ਜਿਹੜਾ ਸਟਾਫ ਲੱਗਾ ਹੋਇਆ, ਤੇ ਇਸੇ ਤਰ੍ਹਾਂ ਮਾਲ ਮਹਿਕਮੇ ਦੇ ਵਿੱਚ ਜਿਹੜੇ ਪਟਵਾਰੀ ਨੇ, ਕਾਨੂੰਗੋ ਨੇ, ਜਾਂ ਜਿਹੜੇ ਸਰਕਲ ਦੇ ਰੈਵਨਿਊ ਅਫਸਰ ਨੇ, ਉਹ ਕਹਿੰਦੇ ਜੀ ਅਸੀਂ ਤਾਂ ਪੈਨ ਡਾਊਨ ਸਟ੍ਰਾਈਕ ਕਰਨੀ ਆ, ਅਸੀਂ ਪੈਨ ਨਹੀਂ ਚੁੱਕਣਾ, ਪੈਨ ਥੱਲੇ ਰੱਖ ਦੇਣਾ। ਵੈਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਬੜੀ ਵਧੀਆ ਕਹੀ ਹੈ ਕਿ ਹੋ ਸਕਦਾ ਤੁਹਾਨੂੰ ਪੈਨ ਦੁਬਾਰਾ ਚੱਕਣ ਦਾ ਮੌਕਾ ਹੀ ਨਾ ਮਿਲੇ।
ਇਹੀ ਕਾਰਨ ਆ ਕਿ ਇਹਨਾਂ ਕੈਪਸ ਇਹਨਾਂ ਨੇ ਇੱਕ ਆਰਡਰ ਕੱਢਿਆ ਔਰ ਇਹ ਆਰਡਰ ਆ ਜਿਹੜਾ ਇਹ ਈਸਟ ਪੰਜਾਬ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਆ। ਇਸ ਦਾ ਇੱਕ ਧਾਰਾ ਹੈ ਸੈਕਸ਼ਨ 4, ਇਹਨੂੰ ਇੱਕ ਤਰ੍ਹਾਂ ਲਾਗੂ ਕੀਤਾ ਔਰ ਤੁਰੰਤ ਪ੍ਰਭਾਵ ਨਾਲ ਲਾਗੂ ਕਰਕੇ ਇਹ ਗੱਲ ਕਹੀ ਆ ਕਿ 31 ਅਕਤੂਬਰ ਤੱਕ, ਯਾਨੀ ਕਿ ਸਤੰਬਰ ਤੇ ਅਗਲਾ ਮਹੀਨਾ ਅਕਤੂਬਰ, ਅਗਲੇ 2 ਮਹੀਨਿਆਂ ਤੱਕ ਜੇ ਕੋਈ ਵੀ ਕਰਮਚਾਰੀ ਅਧਿਕਾਰੀ ਆਪਣੀ ਜੌਬ ਤੋਂ, ਆਪਣੀ ਡਿਊਟੀ ਤੋਂ ਜੇ ਗੈਰ ਹਾਜ਼ਰ ਪਾਇਆ ਗਿਆ ਜਾਂ ਉਸਨੇ ਸਟ੍ਰਾਈਕ ਕੀਤੀ ਜਾਂ ਹੜਤਾਲ ਕੀਤੀ ਤਾਂ ਇਸ ਕਾਨੂੰਨ ਦੇ ਅਧੀਨ ਉਸ ਦੀ ਜਿਹੜੀ ਸਰਵਿਸ ਆ, ਉਸ ਦੀ ਨੌਕਰੀ ਆ, ਉਹ ਬਰਖਾਸਤ ਕੀਤੀ ਜਾ ਸਕਦੀ ਆ। ਸ਼ੁਕਰਾਨਾ ਕਰੋ ਉਹਦਾ, ਉਹਨੇ ਕਲਮ ਦਿੱਤੀ ਹੈ। ਤੁਹਾਡੀ ਕਲਮ ਨਾਲ ਲੋਕਾਂ ਦੇ ਚੁੱਲ੍ਹੇ ਬਲਣੇ ਚਾਹੀਦੇ ਨੇ ਤੇ ਤੁਸੀਂ ਕਲਮ ਛੋੜ ਹੜਤਾਲ ਕਰਕੇ ਲੋਕਾਂ ਨੂੰ ਤੰਗ ਕਰੋਗੇ। ਮੈਂ ਕਿਹਾ ਐਂ ਕਰਿਓ, ਫਿਰ ਹੜਤਾਲ ਕਰ ਲਓ। ਅੱਜ ਹੀ ਬਿਆਨ ਦਿੱਤਾ, ਮੈਂ ਅੱਜ ਹੀ ਆਰਡਰ ਦਿੱਤਾ, ਹੜਤਾਲ ਕਰ ਲਓ, ਕਲਮ ਛੋੜ ਹੜਤਾਲ। ਹਾਂ, ਉਹ ਤੋਂ ਬਾਅਦ ਉਹ ਕਲਮ ਤੁਸੀਂ ਤਾਂ ਛੱਡ ਦੋਗੇ, ਉਹ ਤੋਂ ਬਾਅਦ ਉਹ ਕਲਮ ਕਿਹਨੂੰ ਦੇਣੀ ਹੈ ਇਹ ਫੈਸਲਾ ਸਰਕਾਰ ਕਰੂਗੀ। ਫਿਰ ਹੁਣ ਸਰਕਾਰ ਨੂੰ ਕਈ ਵਾਰੀ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆ ਉਹ ਲੈਣੇ ਕਿਉਂ ਪੈਂਦੇ ਆ? ਦਰਅਸਲ ਇਹ ਜਿਹੜੇ ਅਧਿਕਾਰੀ ਨੇ, ਕਰਮਚਾਰੀ ਆ, ਇਹਨਾਂ ਨੂੰ ਇੱਕ ਖਾਸ ਮਾਹੌਲ ਦੇ ਵਿੱਚ ਕੰਮ ਕਰਨ ਦੀ ਆਦਤ ਪਈ ਆ। ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਸ ਤਰ੍ਹਾਂ ਦੀਆਂ ਰਿਸ਼ਵਤਾਂ, ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਇਹਨਾਂ ਦਫ਼ਤਰਾਂ ਦੇ ਵਿੱਚ ਚੱਲਦਾ ਔਰ ਜਿਸ ਤਰ੍ਹਾਂ ਆਮ ਲੋਕ ਜਦੋਂ ਆਪਣਾ ਕੰਮ ਕਰਾਉਣ ਜਾਂਦੇ ਨੇ ਉਹ ਤੰਗ ਹੁੰਦੇ ਨੇ, ਇੱਥੇ ਜਾ ਕੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ ਤੇ ਜੇ ਪੈਸੇ ਨਹੀਂ ਦਿੰਦੇ ਤੇ ਉਹਨਾਂ ਦਾ ਕੰਮ ਨਹੀਂ ਹੁੰਦਾ। ਸੋ ਲੋਕਾਂ ਦੀ ਹਮਦਰਦੀ ਤਾਂ ਇਹਨਾਂ ਕਰਮਚਾਰੀਆਂ ਦੇ ਨਾਲ, ਇਹਨਾਂ ਅਧਿਕਾਰੀਆਂ ਦੇ ਨਾਲ ਬਿਲਕੁਲ ਨਹੀਂ ਆ। ਤੇ ਇਹ ਚੰਗੀ ਗੱਲ ਆ ਕਿ ਇਹਨਾਂ ਅਧਿਕਾਰੀਆਂ ਨੂੰ ਵੀ ਨਵੇਂ ਮਾਹੌਲ ਦੇ ਵਿੱਚ ਕੰਮ ਕਰਨ ਦੀ ਆਦਤ ਪੈ ਜੇ, ਕਿਉਂਕਿ ਇਹਨਾਂ ਨੇ ਅੱਜ ਤੱਕ ਜਿਹੜੇ ਆਪਣੇ ਘਰ ਚਲਾਏ ਆ ਉਹ ਰਿਸ਼ਵਤਾਂ ਨਾਲ ਚਲਾਏ ਆ। ਸੋ ਜੇ ਇਹਨਾਂ ਦਾ ਕੋਈ ਸਾਥੀ ਫੜਿਆ ਜਾਂਦਾ, ਨਾਲ ਦੀ ਨਾਲ ਹੀ ਇਹ ਪੱਬਾਂ ਭਾਰ ਹੋ ਜਾਂਦੇ ਨੇ, ਨਾਲ ਦੀ ਨਾਲ ਹੀ ਕਹਿਣਾ ਸ਼ੁਰੂ ਕਰ ਦਿੰਦੇ, ਕਹਿੰਦੇ ਇਹ ਤਾਂ ਕੇਸ ਹੀ ਝੂਠਾ, ਯਾਨੀ ਕਿ ਆਪ ਹੀ ਜੱਜ ਵੀ ਬਣ ਜਾਂਦੇ ਆ। ਸੋ ਚੰਗੀ ਗੱਲ ਆ, ਇਸ ਤਰ੍ਹਾਂ ਦੇ ਅਧਿਕਾਰੀਆਂ ਨੂੰ, ਕਰਮਚਾਰੀਆਂ ਨੂੰ ਸਬਕ ਸਿਖਾਉਣ ਲਈ ਇਸ ਤਰ੍ਹਾਂ ਦੇ ਐਕਟ ਦੀ ਜ਼ਰੂਰਤ ਆ, ਤਾਂ ਕਿ ਜਿਹੜੇ ਲੋਕ ਨੇ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ, ਘੱਟੋ ਘੱਟ ਉਹਨਾਂ ਨੂੰ ਵੀ ਲੱਗੇ ਕਿ ਜੇ ਇਹ ਅਧਿਕਾਰੀ ਜਾਂ ਕਰਮਚਾਰੀ ਕੰਮ ਨਹੀਂ ਕਰਦੇ ਤੇ ਇਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋ ਸਕਦੀ ਹੈ। ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ, ਡਰੋ ਨਾ, ਨਾਮ ਥੋੜਾ ਜਿਹਾ ਔਖਾ, ਛੋਟਾ ਕਰ ਦਿੰਨਾ। OCCRP ਇਹ ਇੱਕ ਪੱਤਰਕਾਰਾਂ ਦਾ ਸਮੂਹ ਆ ਜਿਹੜਾ ਰਲ ਕੇ ਪੂਰੇ ਇੰਟਰਨੈਸ਼ਨਲ ਲੈਵਲ ਤੇ, ਅੰਤਰਰਾਸ਼ਟਰੀ ਪੱਧਰ ਤੇ ਇਹ ਜਾਂਚਾਂ ਕਰਦਾ, ਤਫਤੀਸ਼ਾਂ ਕਰਦਾ, ਇਨਵੈਸਟੀਗੇਟਿਵ ਜਰਨਲਿਜ਼ਮ ਕਰਦਾ, ਪੱਤਰਕਾਰੀ ਕਰਦਾ। ਔਰ ਉਸ ਪੱਤਰਕਾਰੀ ਦੇ ਆਧਾਰ ਤੇ ਇਹਨਾਂ ਨੇ ਕਈ ਮਹੀਨੇ ਲਾ ਕੇ ਇੱਕ ਰਿਪੋਰਟ ਤਿਆਰ ਕੀਤੀ ਆ ਇਹਨਾਂ ਸਾਰੇ ਪੱਤਰਕਾਰਾਂ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਦੀ ਗਾਰਡੀਅਨ ਜਾਂ ਦੀ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਇਹ ਰਿਪੋਰਟਸ ਛਪੀਆਂ ਨੇ। ਔਰ ਗੌਤਮ ਅਡਾਨੀ ਜਿਹੜੇ ਇਸ ਮੁਲਕ ਦੇ ਬੜੇ ਵੱਡੇ ਵਪਾਰੀ ਆ, ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੜੇ ਖਾਸ ਮੰਨੇ ਜਾਂਦੇ ਨੇ, ਉਹਨਾਂ ਦੇ ਬੜੇ ਨਜ਼ਦੀਕੀ ਮੰਨੇ ਜਾਂਦੇ ਨੇ। ਇਹਨਾਂ ਬਾਰੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਇਹਨਾਂ ਨੇ ਵੱਡੀਆਂ ਕੰਪਨੀਆਂ ਬਾਹਰ ਵਿਦੇਸ਼ਾਂ ਦੇ ਵਿੱਚ ਐਸਟੈਬਲਿਸ਼ ਕੀਤੀਆਂ, ਫਰਜ਼ੀ ਕੰਪਨੀਆਂ, ਸ਼ੈਲ ਕੰਪਨੀਆਂ, ਜਿਹੜੀ ਕੰਪਨੀਆਂ ਸਿਰਫ ਇਸ ਕਰਕੇ ਸਥਾਪਿਤ ਕੀਤੀਆਂ ਜਾਂਦੀਆਂ ਕਿਉਂਕਿ ਉੱਥੇ ਪੈਸਾ ਰੱਖਿਆ ਜਾ ਸਕੇ। ਉਹ ਕੰਮ-ਕੁਮ ਨਹੀਂ ਕੋਈ ਕਰਦੀਆਂ, ਕੇਵਲ ਤੇ ਕੇਵਲ ਆਪਣਾ ਜਿਹੜਾ ਗੈਰ ਕਾਨੂੰਨੀ ਪੈਸਾ ਹੁੰਦਾ ਜਾਂ ਇਧਰੋਂ ਉਧਰੋਂ ਪੈਸਾ ਹੁੰਦਾ ਉੱਥੇ ਪਾਰਕ ਕਰਨ ਲਈ ਜਾਂ ਉੱਥੇ ਰੱਖਣ ਲਈ ਇਹ ਕੰਪਨੀਆਂ ਵਰਤੀਆਂ ਜਾਂਦੀਆਂ ਨੇ। ਤੇ ਹੁਣ ਇਸ ਉੱਤੇ ਖੁਲਾਸੇ ਹੋਏ ਨੇ ਕਿ ਉੱਥੋਂ ਪੈਸਾ ਲਿਆ ਕੇ ਆਪਣੇ ਸਟਾਕਸ ਨੂੰ, ਆਪਣੇ ਸ਼ੇਅਰਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਉਹਨਾਂ ਦੀ ਮੈਨੀਪੂਲੇਸ਼ਨ ਕੀਤੀ, ਉਹਦੇ ਨਾਲ ਛੇੜਛਾੜ ਕੀਤੀ ਜਾਂ ਉਹਨਾਂ ਨੂੰ ਉੱਤੇ ਚੱਕਿਆ। ਇਹ ਸਾਰਾ ਕੁਝ ਇਸ ਰਿਪੋਰਟ ਦੇ ਵਿੱਚ ਹੁਣ ਜ਼ਾਹਿਰ ਹੋਇਆ। ਔਰ 2 ਵਿਅਕਤੀਆਂ ਨੂੰ ਇਹਦੇ ਵਿੱਚ ਵਰਤਿਆ ਗਿਆ, ਉਹ ਵੀ ਤੁਸੀਂ ਨਾਂ ਸੁਣ ਲਓ। ਇਹ ਨਾਂ ਵੀ ਬੜੇ ਵੱਖਰੇ ਆ। ਇੱਕ ਤਾਂ ਦੇਖੋ, ਗੌਤਮ ਅਡਾਨੀ ਦਾ ਜਿਹੜਾ ਵੱਡਾ ਭਰਾ ਵਿਨੋਦ ਅਡਾਨੀ, ਉਹ ਸਾਰਾ ਕੁਝ ਉਸਨੇ ਇਹ ਮੱਕੜ ਜਾਲ ਫੈਲਾਇਆ ਹੋਇਆ ਸੀ। ਹੋਰ ਵੀ ਕਈ ਕਰੈਕਟਰ ਆ, ਉਹਨਾਂ ਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ। ਤੇ 2 ਹੋਰ ਕਰੈਕਟਰ ਨੇ, ਇੱਕ ਤਾਂ ਹੈ ਚੈਂਗ ਚੁੰਗ ਲਿੰਗ। ਚੈਂਗ ਚੁੰਗ ਲਿੰਗ ਇਹ ਤਾਈਵਾਨ ਦਾ ਰਹਿਣ ਵਾਲਾ, ਤੇ ਦੂਸਰਾ ਨਸੀਰ ਅਲੀ ਸ਼ਹਿਬਾਨ ਅਲੀ, ਇਹ ਯੂਨਾਈਟਿਡ ਅਰਬ ਐਮੀਰੇਟਸ ਉੱਥੋਂ ਦਾ ਰਹਿਣ ਵਾਲਾ। ਇਹਨਾਂ ਦੋਨਾਂ ਨੇ ਕਹਿੰਦੇ ਗੌਤਮ ਅਡਾਨੀ, ਵਿਨੋਦ ਅਡਾਨੀ, ਇਹ ਸਾਰੇ ਪਰਿਵਾਰ ਦੀ ਮਦਦ ਕੀਤੀ ਹੈ ਕਿ ਕਿਸ ਤਰ੍ਹਾਂ ਕੰਪਨੀਆਂ ਬਣਾਈਆਂ ਜਾਣ। ਹੁਣ ਤੁਸੀਂ ਦੇਖੋ, ਅੱਜ ਤੱਕ ਗੌਤਮ ਅਡਾਨੀ ਤੇ ਕੋਈ ਪਹਿਲੀ ਵਾਰ ਨਹੀਂ ਆ,
ਪਹਿਲਾਂ ਵੀ ਕਈ ਤਰ੍ਹਾਂ ਦੇ ਮਾਮਲੇ ਆਏ ਆ, ਪਰ ਕਦੇ ਅੱਜ ਤੱਕ ਉਸ ਦੀ ਇਨਵੈਸਟੀਗੇਸ਼ਨ ਜਾਂ ਜਾਂਚ ਨਹੀਂ ਹੋਈ। ਹੁਣ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਨਾ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਹੈ, DRI। ਇਹ ਸਮਗਲਿੰਗ ਦੇ ਜਿਹੜੇ ਮਾਮਲੇ ਹੁੰਦੇ ਆ ਉਹਨਾਂ ਦੀ ਇਸ ਨੇ ਹੀ ਇਨਵੈਸਟੀਗੇਸ਼ਨ ਕਰਨੀ ਹੋਈ ਹੈ। ਸਨ 2014 ਦੇ ਵਿੱਚ ਜਨਵਰੀ ਦਾ ਮਹੀਨਾ ਸੀ, ਹਜੇ ਕਾਂਗਰਸ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਨਰਿੰਦਰ ਮੋਦੀ ਦੀ ਸਰਕਾਰ ਹਜੇ ਆਈ ਨਹੀਂ ਸੀ। ਇਸ ਦੌਰਾਨ ਉਸ ਵਕਤ ਦੇ ਜਿਹੜੇ ਡਾਇਰੈਕਟਰ ਸੀ DRI ਦੇ, ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦੇ, DRI ਜਿਹਨੂੰ ਕਹਿੰਦੇ ਆ, ਉਸ ਟਾਈਮ ਸੀ ਨਜੀਬ ਸ਼ਾਹ। ਇਹ ਚਿੱਠੀ ਲਿਖਦੇ ਆ। ਚਿੱਠੀ ਕਿਹਨੂੰ ਲਿਖਦੇ ਆ? ਸੈਬੀ ਨੂੰ, ਜਿਹਨੂੰ ਅਸੀਂ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਕਹਿ ਦਿੰਦੇ ਆ। ਸੈਬੀ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ, ਤਾਂ ਕਿ ਕੋਈ ਛੇੜਛਾੜ ਨਾ ਹੋਵੇ, ਕੋਈ ਉੱਤੇ ਥੱਲੇ ਨਾ ਹੋਵੇ, ਉਸ ਤੇ ਇਹਨਾਂ ਨੇ ਸਾਰਾ ਧਿਆਨ ਰੱਖਣਾ ਹੁੰਦਾ। ਸੈਬੀ ਦੇ ਉਸ ਵਕਤ ਦੇ ਚੇਅਰਮੈਨ ਸੀ ਜਿਨ੍ਹਾਂ ਦਾ ਨਾਂ ਸੀ ਉਪੇਂਦਰ ਕੁਮਾਰ ਸਿਨਹਾ, UK ਸਿਨਹਾ ਵੀ ਕਹਿ ਦਿੰਦੇ ਸੀ ਉਹਨਾਂ ਨੂੰ। UK ਸਿਨਹਾ ਨੂੰ ਇਹ DRI ਦੇ ਡਾਇਰੈਕਟਰ ਚਿੱਠੀ ਲਿਖਦੇ ਆ, ਕਹਿੰਦੇ ਇਸ ਮਾਮਲੇ ਦੀ ਜਾਂਚ ਕਰੋ, ਗੌਤਮ ਅਡਾਨੀ ਦੇ ਮਾਮਲੇ ਦੀ ਜਾਂਚ ਕਰੋ, ਤੇ ਕਿਉਂਕਿ ਕਈ ਤਰ੍ਹਾਂ ਦੀਆਂ ਬੇਨਿਯਮੀਆਂ, ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਇਰੈਗੂਲੈਰਿਟੀਜ਼ ਪਾਈਆਂ ਗਈਆਂ ਨੇ। ਪਰ ਤੁਹਾਨੂੰ ਪਤਾ, ਜਾਂਚ ਛੱਡੋ, ਕਿਉਂਕਿ ਉਸ ਤੋਂ ਬਾਅਦ ਨਰਿੰਦਰ ਮੋਦੀ ਦੀ ਸਰਕਾਰ ਆ ਜਾਂਦੀ ਆ, BJP ਦੀ ਸਰਕਾਰ ਆ ਜਾਂਦੀ ਹੈ ਕੇਂਦਰ ਦੇ ਵਿੱਚ। ਬਲਕਿ ਜਿਹੜੇ UK ਸਿਨਹਾ ਹੁੰਦੇ ਆ, ਉਪੇਂਦਰ ਕੁਮਾਰ ਸਿਨਹਾ ਹੁੰਦੇ ਆ, ਇਹਨਾਂ ਨੂੰ 3 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਜਾਂਦੀ ਹੈ, ਤੇ ਜਿਹੜੀਆਂ ਜਾਂਚਾਂ ਸੀ ਉਹ ਵਿੱਚੇ ਦੀਆਂ ਵਿੱਚੇ ਰਹਿ ਜਾਂਦੀਆਂ। ਤੁਸੀਂ ਆਪ ਇਸ ਤੋਂ ਅੰਦਾਜ਼ਾ ਲਾਓ। ਤੇ ਹੁਣ ਮੈਂ ਤੁਹਾਨੂੰ ਇਹ ਵੀ ਸਮਝਾਉਣਾ ਕਿ ਇਹ ਕਰਦੇ ਕੀ ਸੀ। ਇਹ ਪਤਾ ਲੱਗਾ ਜੋ ਇਸ ਰਿਪੋਰਟ ਦੇ ਵਿੱਚ, ਦੀ ਗਾਰਡੀਅਨ ਦੇ ਵਿੱਚ ਜਾਂ ਦੀ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਜੋ ਛਾਇਆ ਹੋਈਆਂ ਨੇ, ਕਿ ਇਹ ਕੰਪਨੀਆਂ ਬਣਾਉਂਦੇ ਸੀ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਬਣਾਉਂਦੇ ਕਿੱਥੇ ਕਿੱਥੇ ਸੀ। ਇੱਕ ਹੈ ਬ੍ਰਿਟਿਸ਼ ਵਰਜਿਨ ਆਈਲੈਂਡਸ। ਇਹ ਬਹੁਤ ਦੂਰ ਆ, ਕੈਰੀਬੀਅਨ ਆਈਲੈਂਡ ਆ, ਜਿੱਥੇ ਲਗਭਗ ਸੈਂਟਰਲ ਅਮਰੀਕਾ ਪੈ ਜਾਂਦਾ, ਉੱਤੇ ਨਾਰਥ ਆ, ਥੱਲੇ ਸਾਊਥ ਅਮਰੀਕਾ, ਉਹਦੇ ਵਿੱਚ ਛੋਟੇ ਛੋਟੇ ਟਾਪੂ ਆ। ਇਹ ਬ੍ਰਿਟਿਸ਼ ਵਰਜਿਨ ਆਈਲੈਂਡਸ ਆ। ਦੂਸਰਾ ਹੈ ਮੌਰੀਸ਼ੀਅਸ, ਤੇ ਤੀਸਰਾ ਹੈ ਯੂਨਾਈਟਿਡ ਅਰਬ ਐਮੀਰੇਟਸ। ਇੱਥੇ ਕੰਪਨੀਆਂ ਕਿਉਂ ਬਣਾਈਆਂ ਜਾਂਦੀਆਂ? ਇਹਨਾਂ ਨੂੰ ਟੈਕਸ ਹੈਵਨਸ ਮੰਨਿਆ ਜਾਂਦਾ। ਟੈਕਸ ਹੈਵਨਸ ਵੀ ਮੈਂ ਤੁਹਾਨੂੰ ਦੱਸ ਦਿੰਦਾ ਕੀ ਹੁੰਦਾ। ਜਿੱਥੇ ਜੇ ਕੋਈ ਬਾਹਰਲਾ ਇਨਵੈਸਟਮੈਂਟ ਕਰੇ, ਨਿਵੇਸ਼ ਕਰੇ, ਉਸ ਤੇ ਘੱਟੋ ਘੱਟ ਬਲਕਿ ਨਾ ਮਾਤਰ ਦੇ ਟੈਕਸ ਹੁੰਦੇ ਆ, ਉਹਨੂੰ ਪੂਰੀਆਂ ਸਹੂਲਤਾਂ ਹੁੰਦੀਆਂ, ਕੋਈ ਉਹਨੂੰ ਪੁੱਛਦਾ ਨਹੀਂ, ਕੋਈ ਉੱਥੋਂ ਦੀ ਸਰਕਾਰ ਨਹੀਂ ਪੁੱਛਦੀ। ਜਿੰਨਾ ਮਰਜ਼ੀ ਉੱਥੇ ਪੈਸਾ ਲਿਆ ਕੇ ਰੱਖ ਦਿਓ, ਜਿੰਨਾ ਮਰਜ਼ੀ ਉੱਥੋਂ ਲੈ ਆਓ। ਔਰ ਇੱਥੇ ਪੈਸਾ ਪਹਿਲਾਂ ਤਾਂ ਰੱਖਿਆ ਜਾਂਦਾ ਸੀ ਕੰਪਨੀਆਂ ਬਣਾ ਕੇ, ਔਰ ਇਸ ਤੋਂ ਇਲਾਵਾ ਇਹ ਪੈਸਾ ਬਰਮੂਡਾ ਵੀ ਇੱਕ ਇਹੋ ਜਿਹੀ ਜਗ੍ਹਾ ਜਿਹੜਾ ਨਾਰਥ ਐਟਲਾਂਟਿਕ ਓਸ਼ਨ ਦੇ ਵਿੱਚ ਆ, ਉੱਥੇ ਜਾ ਕੇ ਫਿਰ ਇਹ ਪੈਸਾ ਲੈ ਕੇ ਜਾਇਆ ਜਾਂਦਾ ਸੀ। ਉੱਥੋਂ ਪੈਸਾ ਫਿਰ ਮੌਰੀਸ਼ੀਅਸ ਲੈ ਕੇ ਆਇਆ ਜਾਂਦਾ ਸੀ, ਤੇ ਮੌਰੀਸ਼ੀਅਸ ਤੋਂ ਫਿਰ ਭਾਰਤ ਆਉਂਦਾ ਸੀ। ਇਹ ਤੁਸੀਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਮੱਕੜ ਜਾਲ ਪੂਰਾ ਫੈਲਿਆ ਹੋਇਆ, ਕਿ ਪਤਾ ਹੀ ਨਹੀਂ ਲੱਗੇ ਕਿਹਦਾ ਪੈਸਾ ਕਿੱਥੋਂ ਆਇਆ। ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਨਾਮ ਦੱਸਿਆ, ਚਿੰਗ ਚੈਂਗ ਲਿੰਗ ਦੇ, ਜਾਂ ਇਸੇ ਤਰ੍ਹਾਂ ਅਲੀ ਦੇ, ਨਸੀਰ ਅਲੀ ਦੇ, ਇਹ ਕੌਣ ਲੋਕ ਨੇ? ਇਹ ਪੈਸਾ ਕਿੱਥੋਂ ਲੈ ਕੇ ਆਉਂਦੇ ਨੇ? ਇਹਨਾਂ ਕੋਲੇ ਪੈਸਾ ਕਿੱਥੋਂ ਆਇਆ? ਤੇ ਤੁਹਾਨੂੰ ਯਾਦ ਹੋਣਾ, ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ 20,000 ਕਰੋੜ ਰੁਪਈਆ ਇੱਥੇ ਆਇਆ। ਕਹਿੰਦੇ ਕਿਹਦਾ ਪੈਸਾ ਅੱਜ ਤੱਕ ਪਤਾ ਨਹੀਂ ਲੱਗਾ, ਤੇ ਇਹਦੇ ਬਾਰੇ ਅੱਜ ਤੱਕ ਪਤਾ ਲਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ? ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣਾ, ਇਹ ਜਿਹੜਾ ਸਾਰਾ ਕਪਲਾ ਜੋ ਇਸ ਦਾ ਕਿਹਾ ਗਿਆ ਕਿ ਇਹ ਸਾਰੀ ਟ੍ਰਾਂਜੈਕਸ਼ਨ ਹੋਈ ਹੈ, ਜੋ ਪੈਸਾ ਆਇਆ, ਇਹ $470 ਮਿਲੀਅਨ। ਹੁਣ $470 ਮਿਲੀਅਨ ਮੈਂ ਕੋਸ਼ਿਸ਼ ਕੀਤੀ ਕਿ ਇਸ ਨੂੰ ਥੋੜਾ ਜਿਹਾ ਹੋਰ ਤੁਹਾਡੇ ਲਈ ਸਰਲ ਕਰਾਂ। ਇਹ ਬਣਦਾ ਲਗਭਗ 38 ਅਰਬ 85 ਕਰੋੜ 25 ਲੱਖ, ਤੇ ਇਸੇ ਤਰ੍ਹਾਂ 49,000 ਤੇ 500 ਰੁਪਈਆ। ਇੰਨਾ ਵੱਡਾ ਰਕਮ ਆ, ਕਹਿੰਦੇ ਇਹ ਸਾਰੀ ਸਰਕੂਲੇਟ ਹੋਈ ਆ। ਇੱਕ ਚੀਜ਼ ਹੋਰ ਸਮਝੋ ਕਿ ਜਦੋਂ ਆਪਾਂ ਗੱਲ ਕੀਤੀ ਸੀ ਕਿ DRI ਨੇ ਚਿੱਠੀ ਲਿਖੀ ਸੈਬੀ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਕਰੋ, ਪਰ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੈਬੀ ਕਹਿੰਦੀ ਸੀ, ਕਹਿੰਦੀ ਜੀ ਅਸੀਂ ਤਾਂ ਸਾਨੂੰ ਤਾਂ ਕੋਈ ਇਨਵੈਸਟੀਗੇਸ਼ਨ ਆਈ ਨਹੀਂ, ਸਾਨੂੰ ਤਾਂ ਇਸ ਮਾਮਲੇ ਦਾ ਪਤਾ ਹੀ ਨਹੀਂ। ਯਾਨੀ ਕਿ ਇਹਨਾਂ ਨੂੰ ਪਹਿਲਾਂ ਚਿੱਠੀ ਲਿਖੀ ਜਾ ਚੁੱਕੀ ਆ, ਪਰ ਇਹਨਾਂ ਨੇ ਜਾਂਚ ਕੀਤੀ ਨਹੀਂ। ਇੱਥੋਂ ਇਹ ਤੁਸੀਂ ਅੰਦਾਜ਼ਾ ਲਾਓ ਕਿ ਇਹ ਸਾਰਾ ਮਾਜਰਾ ਚੱਲ ਕੀ ਰਿਹਾ ਸੀ। ਹੁਣ ਇੱਕ ਇਹਨਾਂ ਦਾ ਹੋਰ ਭਰਾ ਜਿਹਦਾ ਨਾਂ ਹੈ ਰਾਜੇਸ਼ ਅਡਾਨੀ, ਰਾਜੇਸ਼ ਸ਼ਾਂਤੀਲਾਲ ਅਡਾਨੀ,
ਇਹ ਗੌਤਮ ਅਡਾਨੀ ਦਾ ਛੋਟਾ ਭਰਾ। ਹੀਰਿਆਂ ਦੇ ਵਪਾਰ ਦੇ ਵਿੱਚ ਜਦੋਂ ਘਪਲਾ ਹੋ ਗਿਆ ਸੀ ਤੇ ਸਨ 2010 ਦੇ ਵਿੱਚ ਇਹਦੀ ਗ੍ਰਿਫਤਾਰੀ ਹੋਈ ਸੀ ਔਰ 1999 ਦੇ ਵਿੱਚ DRI ਨੇ ਇਹਦੀ ਗ੍ਰਿਫਤਾਰੀ ਕੀਤੀ ਤੇ 2010 ਦੇ ਵਿੱਚ CBI ਨੇ ਗ੍ਰਿਫਤਾਰੀ ਕੀਤੀ ਕਿਉਂਕਿ ਹੀਰਿਆਂ ਦੇ ਵਪਾਰ ਦੇ ਵਿੱਚ ਘਪਲਾ ਪਾਇਆ ਗਿਆ ਸੀ। ਉਹ ਗ੍ਰਿਫਤਾਰੀ ਤਾਂ ਹੋ ਗਈ ਸੀ ਕਿਉਂਕਿ ਉਦੋਂ ਸਰਕਾਰਾਂ ਵੱਖਰੀਆਂ ਸੀ। ਹੁਣ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਕਿ ਜਿਹੜਾ ਵਿਨੋਦ ਅਡਾਨੀ ਆ, ਵੱਡਾ ਭਰਾ ਗੌਤਮ ਅਡਾਨੀ ਦਾ, ਇਹਦਾ ਇੱਕ ਤਰ੍ਹਾਂ ਤੁਸੀਂ ਬ੍ਰਦਰ ਇਨ ਲਾ ਕਹਿ ਲਓ ਜਾਂ ਇਹਦੇ ਜਿਹੜੇ ਸਬੰਧ ਨੇ ਜਤਿਨ ਮਹਿਤਾ ਦੇ ਨਾਲ ਆ। ਜਤਿਨ ਮਹਿਤਾ ਤੇ ਵਿਨੋਦ ਅਡਾਨੀ ਦੇ ਜਿਹੜਾ ਮੁੰਡਾ ਤੇ ਕੁੜੀ ਆ ਉਹ ਆਪਸ ਦੇ ਵਿੱਚ ਵਿਆਹੇ ਹੋਏ ਆ। ਤੁਸੀਂ ਕਹਿ ਸਕਦੇ ਹੋ ਕਿ ਆਪਸ ਦੇ ਵਿੱਚ ਸੰਧੀ ਨੇ ਇਹ। ਤੇ ਜਤਿਨ ਮਹਿਤਾ ਪਿਛਲੇ ਦਿਨਾਂ ਦੇ ਵਿੱਚੋਂ ਭਾਰਤ ਦੇ ਵਿੱਚੋਂ ਭੱਜ ਗਿਆ। ਇਹ ਵੀ ਹੀਰਿਆਂ ਦਾ ਵਪਾਰੀ ਆ। 7000 ਕਰੋੜ ਦਾ ਰੁਪਈਆ ਇਹਦੇ ਵੱਲ ਖੜਾ ਔਰ ਭਾਰਤ ਸਰਕਾਰ ਨੂੰ $1 ਬਿਲੀਅਨ ਤੱਕ ਦਾ ਨੁਕਸਾਨ ਹੋਇਆ। ਅੱਜ ਤੱਕ ਇਹਦੀ ਕੋਈ ਜਾਂਚ ਹੋਈ? ਇਹ ਸਾਰੀਆਂ ਚੀਜ਼ਾਂ ਜਦੋਂ ਰਿਪੋਰਟਸ ਦੇ ਵਿੱਚ ਆਉਂਦੀਆਂ ਨੇ ਤੇ ਫਿਰ ਪਤਾ ਲੱਗਦਾ। ਵੈਸੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਾਂ, ਇਹ ਫਾਈਨੈਂਸ਼ੀਅਲ ਸਕੈਮ ਜਾਂ ਪੈਸੇ ਦਾ ਸਕੈਮ ਘੱਟ ਤੇ ਪੋਲੀਟੀਕਲ ਸਕੈਮ ਵੱਧ ਲੱਗਦਾ। ਇਸ ਦੀ ਜਿੰਨੀ ਦੇਰ ਤੱਕ ਤਹਿ ਤੱਕ ਜਾਂਚ ਨਹੀਂ ਹੁੰਦੀ, ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਸੈਬੀ, ਤੁਹਾਨੂੰ ਪਤਾ ਹੀ ਹੈ ਕਿ ਸੁਪਰੀਮ ਕੋਰਟ ਨੇ ਸੈਬੀ ਨੂੰ ਕਿਹਾ ਹੋਇਆ ਕਿ ਤੁਸੀਂ ਇਹਦੀ ਜਾਂਚ ਕਰੋ ਤੇ ਸੈਬੀ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਸ ਰਿਪੋਰਟ ਦਿੰਦੀ ਆ। ਉਹਦੇ ਵਿੱਚ ਇਹ ਕਹਿੰਦੀ ਜੇ ਅਸੀਂ ਜਾਂਚ ਤਾਂ ਕਰ ਲਈਏ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਜਿਹੜੀਆਂ ਬਾਹਰਲੀਆਂ ਕੰਪਨੀਆਂ ਤੋਂ ਪੈਸਾ ਕਿੱਥੋਂ ਆਇਆ। ਤੇ ਰਾਹੁਲ ਗਾਂਧੀ ਇਹੀ ਤਾਂ ਕਹਿ ਰਹੇ ਸੀ 20,000 ਕਰੋੜ ਰੁਪਇਆ ਕਿੱਥੋਂ ਆਇਆ। ਕਹਿਣ ਦਾ ਮਤਲਬ ਆ ਕਿ ਜਿੰਨੀ ਦੇਰ ਤੱਕ ਇਹ ਜਾਂਚ ਨਹੀਂ ਹੋਏਗੀ ਔਰ ਸਾਰਿਆਂ ਨੂੰ ਇਹ ਲੱਗਦਾ ਕਿ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ 'ਚ ਆ, ਚਾਹੇ ਉਹ ਗੌਤਮ ਅਡਾਨੀ ਹੋਣ, ਚਾਹੇ ਉਹ ਵਿਨੋਦ ਅਡਾਨੀ ਹੋਣ, ਚਾਹੇ ਉਹ ਕੋਈ ਵੀ ਇਹਨਾਂ ਦਾ ਪਰਿਵਾਰ ਦਾ ਮੈਂਬਰ ਹੋਵੇ, ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਸਕਦੀ। ਪਰ ਮੈਨੂੰ ਲੱਗਦਾ ਇਸ ਰਿਪੋਰਟ ਨੇ ਇੱਕ ਵਾਰੀ ਫੇਰ ਬਹੁਤ ਵੱਡਾ ਧਮਾਕਾ ਕਰਤਾ ਭਾਰਤ ਦੀ ਸਿਆਸਤ ਦੇ ਵਿੱਚ। ਸੁਪਰੀਮ ਕੋਰਟ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਾਰਾ 370 ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ। ਉੱਥੇ ਇੱਕ ਸੰਵਿਧਾਨਿਕ ਬੈਂਚ ਬਣਿਆ ਹੋਇਆ ਜਿਸ ਦੀ ਅਗਵਾਈ ਕਰ ਰਹੇ ਨੇ ਭਾਰਤ ਦੇ ਚੀਫ ਜਸਟਿਸ DY ਚੰਦਰਚੂੜ। ਉੱਥੇ ਜਾ ਕੇ ਭਾਰਤ ਸਰਕਾਰ ਜਾਂ ਉਹਨਾਂ ਦੇ ਜਿਹੜੇ ਸੋਲਿਸਿਟਰ ਜਨਰਲ ਨੇ ਤੁਸ਼ਾਰ ਮਹਿਤਾ, ਉਹ ਅੱਜ ਸਵੇਰੇ ਪੇਸ਼ ਹੋਏ ਔਰ ਅੱਜ ਹੀ ਉਹਨਾਂ ਨੇ ਇਹ ਗੱਲ ਕਹਿਤੀ, ਕਹਿੰਦੇ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਚੋਣਾਂ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਆ ਕਿਉਂਕਿ ਹਾਲਾਤ ਜਿਹੜੇ ਆ ਉਹ ਸਾਨੂੰ ਅੱਗੇ ਨਾਲੋਂ ਥੋੜੇ ਬਿਹਤਰ ਲੱਗ ਰਹੇ ਨੇ। ਪਰ ਇਸ ਦਾ ਜਿਹੜਾ ਸਾਰਾ ਦਾਰੋਮਦਾਰ ਆ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉਹਨਾਂ ਨੂੰ ਲੈਣਾ ਪਊਗਾ, ਉਹਨਾਂ ਨੂੰ ਡਿਸਾਈਡ ਕਰਨਾ ਪਊਗਾ, ਫੈਸਲਾ ਆਖਰੀ ਉਹਨਾਂ ਨੇ ਕਰਨਾ। ਪਰ ਸਾਡੇ ਵੱਲੋਂ ਪੂਰੀ ਹਰੀ ਝੰਡੀ ਆ। ਚੰਗੀ ਗੱਲ ਆ, ਜਿਹੜੀ ਸਰਕਾਰ ਨੂੰ ਭੰਗ ਹੋਏ ਨੂੰ ਜਾਂ ਜਿਹੜੀ ਉੱਥੋਂ ਦੀ ਲੋਕਤੰਤਰ ਦੀ ਪ੍ਰਕਿਰਿਆ ਸੀ ਜਾਂ ਢਾਂਚਾ ਸੀ 5 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਸੀ ਔਰ ਉੱਥੇ ਦੇ ਲੋਕ ਲਗਾਤਾਰ ਕਹਿ ਰਹੇ ਸੀ ਕਿ ਉੱਥੇ ਜਿਹੜੀ ਜਮਹੂਰੀਅਤ ਆ ਜਾਂ ਉੱਥੇ ਡੈਮੋਕ੍ਰੇਸੀ ਆ ਉਸ ਨੂੰ ਬਹਾਲ ਕੀਤਾ ਜਾਵੇ। ਸੋ ਇਸ ਤਰ੍ਹਾਂ ਦੀ ਗੱਲ ਕਹੀ ਆ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਲਦਾਖ ਦੇ ਵਿੱਚ ਹਜੇ ਜਿਹੜੀਆਂ ਚੋਣਾਂ ਉਸ ਨੂੰ ਥੋੜਾ ਸਮਾਂ ਲੱਗ ਸਕਦਾ ਪਰ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋ ਜਾਣਗੀਆਂ। ਹੁਣ ਜਿਹੜੀ ਸਭ ਤੋਂ ਅਹਿਮ ਗੱਲ ਆਉਂਦੀ ਆ ਕਿ ਕੀ ਜੰਮੂ ਕਸ਼ਮੀਰ ਦਾ ਜਿਹੜਾ ਸਟੇਟਸ ਆ ਬਤੌਰ ਰਾਜ, ਬਤੌਰ ਸੂਬਾ, ਉਹ ਬਹਾਲ ਹੋਊਗਾ। ਉਸ ਲਈ ਵੀ ਇਸੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਥੋੜਾ ਸਮਾਂ ਮੰਗਿਆ। ਕਹਿੰਦੇ ਭਾਰਤ ਸਰਕਾਰ ਦੇ ਨਾਲ ਪੂਰਾ ਇਹ ਮਾਮਲਾ ਡਿਸਕਸ ਕਰਕੇ ਫਿਰ ਇਸ ਉੱਤੇ ਵਿਚਾਰ ਕੀਤਾ ਜਾਊਗਾ। ਅਸੈਂਬਲੀਆਂ ਦੀਆਂ ਚੋਣਾਂ, ਜੇ ਅਸੈਂਬਲੀ ਦੀਆਂ ਚੋਣਾਂ ਹੋਣੀਆਂ ਤੇ ਫਿਰ ਤਾਂ ਸਟੇਟਸ ਬਹਾਲ ਕਰਨਾ ਹੀ ਪਊਗਾ। UT ਦੀਆਂ ਚੋਣਾਂ ਜਿਹੜੀਆਂ ਉਹ ਤਾਂ ਆਪਾਂ ਕਰਾਉਣੀਆਂ ਨਹੀਂ। ਖੈਰ ਦੇਖਦੇ ਆ, ਪਰ ਚੰਗੀ ਗੱਲ ਇਹ ਲੱਗੀ ਆ ਕਿ ਇਸ ਪਾਸੇ ਸਰਕਾਰ ਦਾ ਥੋੜਾ ਜਿਹਾ ਮਨ ਬਣਿਆ। ਸੁਣਵਾਈ ਚੱਲ ਰਹੀ ਸੀ, ਪਹਿਲਾਂ ਕਈ ਤਰ੍ਹਾਂ ਦੀਆਂ ਕਮਿਟਮੈਂਟ ਕਰ ਚੁੱਕੇ ਸੀ, ਪਹਿਲਾਂ ਵੀ ਕਹਿ ਚੁੱਕੇ ਸੀ ਕਿ ਅਸੀਂ ਕਰਵਾਵਾਂਗੇ। ਆਖਿਰਕਾਰ ਸੁਪਰੀਮ ਕੋਰਟ ਨੇ ਇਹ ਪੁੱਛ ਲਿਆ ਕਿ ਸਾਨੂੰ ਤਾਂ ਇੱਕ ਸਮਾਂ ਦੱਸੋ, ਪੁਖਤਾ ਕੋਈ ਤਰੀਕ ਦਿਓ, ਤਾਂ ਹੀ ਇਸ ਉੱਤੇ ਅੱਗੇ ਵਧਿਆ ਜਾਊਗਾ ਕਿ ਤੁਸੀਂ ਕਦੋਂ ਤੱਕ ਉੱਥੇ ਚੋਣਾਂ ਕਰਾਓਗੇ। ਤੇ ਆਖਿਰਕਾਰ ਭਾਰਤ ਸਰਕਾਰ ਨੂੰ ਇਹ ਗੱਲ ਸੁਪਰੀਮ ਕੋਰਟ ਦੇ ਵਿੱਚ ਕਹਿਣੀ ਪਈ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।